ਦੂਸਰੇ ਗਰੁੱਪ ਵਿੱਚ ਦੋ ਸਵਾਲ ਆਏ ਹਨ। ਦੋਵਾਂ ਦਾ ਫਰਕ ਤੁਹਾਨੂੰ ਸਮਝ ਵਿੱਚ ਆਵੇਗਾ। ਇੱਕ ਸਵਾਲ ਅੰਦਰ ਦਾ ਹੈ ਤੇ ਅੰਦਰ ਦੀ ਯਾਤਰਾ ਵੱਲ ਨੂੰ ਲਿਜਾਣ ਵਾਲਾ। ਦੂਸਰਾ ਸਵਾਲ ਬਾਹਰ ਦਾ ਹੈ ਤੇ ਬਾਹਰ ਭਟਕਾਉਣ ਵਾਲਾ। ਪਹਿਲਾ ਦੂਸਰਾ ਸਵਾਲ, ਪਰਮੇਸ਼ਰ ਤੇ ਹਰੀ ਵਿੱਚ ਕੀ ਫਰਕ ਹੈ? ਤੁਸੀਂ ਫਰਕ ਜਾਣ ਕੇ ਕਰੋਗੇ ਕੀ? ਸਿਰਫ ਸ਼ਬਦ ਹੀ ਹਨ। ਕਿਸੇ ਨੂੰ ਪਰਮੇਸ਼ਰ ਚੰਗਾ ਲੱਗਾ ਤਾਂ ਉਹਨੇ ਪਰਮਾਤਮਾ ਨੂੰ, ਉਹ ਅੱਲਾ ਨੂੰ, ਵਾਹਿਗੁਰੂ ਨੂੰ ਪਰਮੇਸ਼ਰ ਕਹਿ ਦਿੱਤਾ ਵੀ ਤੂੰ ਪਰਮ ਈਸ਼ਰ ਹੈ, ਐਸ਼ਵਰਯ ਹੈ, ਸੱਚ ਦਾ ਆਨੰਦ ਹੈ। ਤੇ ਕਿਸੇ ਨੂੰ ਪਿਆਰਾ ਲੱਗਾ ਹੈ ਉਹਦਾ ਸਭ ਕੁਛ ਖੋਹ ਲੈਣਾ, ਹਾਰ ਲੈਣਾ, ਵੀ ਤੂੰ ਸਾਰਾ ਕੁਛ ਹੀ ਖੋਹ ਲੈਣਾ, ਹਾਰ ਲੈਣਾ, ਆਪੇ ਤੂੰ ਦੇਣਾ ਹੈ ਤੇ ਆਪੇ ਖੋਹ ਲੈਣਾ। ਤੂੰ ਹਰੀ ਹੈ ਤੇ ਮੇਰਾ ਵੀ ਹਰ ਲਾ ਸਭ ਕੁਛ, ਮੈਨੂੰ ਵੀ ਹਰ ਲਾ। ਤੇ ਜਦੋਂ ਕੋਈ ਉਸ ਪਿਆਰੇ ਅੱਗੇ ਹਾਰਨ ਨੂੰ ਤਿਆਰ ਹੋ ਜਾਂਦਾ ਹੈ ਨਾ, ਹਾਰਨ ਨੂੰ ਤਿਆਰ ਹੋ ਜਾਂਦਾ ਹੈ, ਤਾਂ ਉਹ ਹੀ ਹਰੀ ਹੋ ਜਾਂਦਾ ਹੈ, ਉਹ ਹੀ ਗੋਬਿੰਦ ਹੋ ਜਾਂਦਾ ਹੈ, ਉਹ ਹੀ ਉਹਦਾ ਪਿਆਰਾ ਹੋ ਜਾਂਦਾ ਹੈ। ਤੇ ਇਹਨਾਂ ਅਰਥਾਂ ਦੇ ਵਿੱਚੋਂ ਤੁਹਾਨੂੰ ਕੁਝ ਨਹੀਂ ਮਿਲਣਾ ਹੈ। ਸ਼ਬਦਾਂ ਦੇ ਅਰਥਾਂ ਵੱਲ ਨਾ ਜਾਓ, ਤੇ ਜਿਹੜਾ ਅਰਥਾਂ ਵੱਲ ਜਾਂਦਾ ਹੈ ਨਾ ਉਹ ਹੀ ਸ਼ਾਸਤਰੀ ਹੋ ਜਾਂਦਾ ਹੈ, ਉਹਨੂੰ ਹੀ ਪੰਡਿਤ ਕਿਹਾ ਹੈ। ਕਿ ਸ਼ਬਦਾਂ ਦੇ ਅਰਥਾਂ 'ਚ ਕੀ ਭੇਦ ਹੈ, ਕਿਹੜੇ ਸ਼ਬਦ ਦਾ ਕੀ ਅਰਥ ਹੈ, ਇਹ ਸੋਚਣ ਵਾਲਾ ਵਿਚਾਰਕ ਹੋ ਜਾਂਦਾ ਹੈ। ਪਰ ਵਾਸਤਵਿਕ ਦੇ ਵਿੱਚ ਉਹ ਬਾਹਰ ਭਟਕ ਜਾਂਦਾ ਹੈ। ਉਹਨਾਂ ਨੂੰ ਹੀ ਪੰਡਿਤ ਕਿਹਾ ਹੈ। ਪੰਡਿਆ ਕਵਨ ਕੁਮਤ ਤੁਮ ਲਾਗੀ। ਵੇਦ ਪੜ੍ਹੇ ਪੜ੍ਹ ਪੰਡਿਤ ਮੂਏ, ਜਿਹੜੇ ਵੇਦਾਂ ਦਾ ਪਾਠ ਕਰਦੇ, ਵੇਦਾਂ ਨੂੰ ਵਿਚਾਰਦੇ, ਸ਼ਬਦਾਂ ਦੇ ਵਿਚਾਰ ਕਰਦੇ, ਵਿਚਾਰ ਕੇ ਦੂਸਰਿਆਂ ਨੂੰ ਦੱਸਦੇ। ਤੂੰ ਤੇ ਵਿਚਾਰ ਦੇ ਤਲ 'ਤੇ ਉਲਝ ਗਿਆ। ਦਰਅਸਲ ਵਿਚਾਰਕ ਜਿਹੜਾ ਹੈ ਨਾ ਉਹ ਜ਼ਿਆਦਾ ਉਲਝ ਜਾਂਦਾ ਹੈ। ਉਹਨਾਂ 'ਤੇ ਜ਼ਿਆਦਾ ਤਰਸ ਵੀ ਆਉਂਦਾ ਹੈ, ਕਿਉਂਕਿ ਸੰਸਾਰ ਵਿੱਚੋਂ ਤਾਂ ਉਹ ਥੋੜ੍ਹੇ ਜਿਹੇ ਲਾਂਭੇ ਹੁੰਦੇ ਹਨ, ਪਰ ਵਿਚਾਰ ਵਿੱਚ ਫਸ ਗਏ, ਬੁੱਧੀ ਵਿੱਚ ਫਸ ਗਏ, ਬੁੱਧੀ ਦੇ ਗਿਆਨ ਵਿੱਚ ਫਸ ਗਏ। ਉਸ ਗਿਆਨ ਦਾ ਅਹੰਕਾਰ ਹੋ ਗਿਆ, ਉਹ ਜ਼ਿਆਦਾ ਹਿੰਸਕ ਵੀ ਹੋ ਜਾਂਦੇ ਆ, ਕਿਉਂਕਿ ਉਹ ਜੋ ਜਾਣਦੇ ਹਨ ਬੁੱਧੀ ਦੇ ਤਲ 'ਤੇ ਉਹ ਹੀ ਦੂਸਰਿਆਂ ਨੂੰ ਦੱਸਦੇ ਹਨ, ਅਤੇ ਉਹਨਾਂ ਨੇ ਬੁੱਧੀ ਦੇ ਤਲ 'ਤੇ ਜਾਣਿਆ ਹੈ, ਅਤੇ ਉਹ ਬੁੱਧੀ ਦੇ ਤਲ 'ਤੇ ਹੀ ਦੂਸਰਿਆਂ ਨੂੰ ਫਸਾ ਦਿੰਦੇ ਹਨ। ਸੰਸਾਰ 'ਚ ਹੀ ਫਸੇ ਹੋਏ ਹਨ ਅਤੇ ਸੰਸਾਰ 'ਚ ਹੀ ਫਸਾਉਂਦੇ ਹਨ। ਅਤੇ ਸ਼ਬਦਾਂ ਦੀ ਵਿਚਾਰ, ਸ਼ਬਦਾਂ ਦੇ ਅਰਥਾਂ ਦੇ ਵਿੱਚ ਨਾ ਪਾਓ। ਸ਼ਬਦਾਂ ਦੇ ਅਰਥ ਸਮਝ ਕੇ ਜੋ ਸ਼ਬਦ ਕਹਿੰਦੇ ਹਨ ਨਾ
ਉਧਰ ਨੂੰ ਜਾਣਾ ਹੈ। ਜਿਵੇਂ ਹੁਣੇ ਹੀ ਮੈਂ ਕਿਹਾ ਹੈ ਵੀ ਤੁਸੀਂ ਪੁੱਛਿਆ ਹੈ ਨਾ ਪਰਮੇਸ਼ਰ ਅਤੇ ਹਰੀ ਵਿੱਚ ਕੀ ਫਰਕ ਹੈ। ਅਤੇ ਅਗਰ ਤੁਹਾਨੂੰ ਉਹਦਾ ਐਸ਼ਵਰਯ ਪਿਆਰਾ ਲੱਗਦਾ ਹੈ ਅਤੇ ਤੁਸੀਂ ਉਹਨੂੰ ਪਰਮੇਸ਼ਰ ਕਹਿ ਸਕਦੇ ਹੋ ਵੀ ਉਹ ਆਨੰਦ ਸਰੂਪ ਹੈ, ਉਹ ਪਰਮੇਸ਼ਰ ਹੈ। ਅਤੇ ਤੁਸੀਂ ਇਸ ਨਾਮ ਦੁਆਰਾ ਉਹਦੇ ਨਾਲ ਜੁੜ ਸਕਦੇ ਹੋ ਅਤੇ ਸੰਸਾਰ ਵਿੱਚੋਂ ਛੁੱਟ ਸਕਦੇ ਹੋ। ਪਰਮਾਤਮਾ ਦੇ ਨਾਮ ਸੰਸਾਰ ਵਿੱਚੋਂ ਛਡਾਉਣ ਵਾਸਤੇ ਉਪਯੋਗ ਕੀਤੇ ਗਏ ਹਨ। ਵੈਸੇ ਤਾਂ ਪਰਮਾਤਮਾ ਦਾ ਕੋਈ ਵੀ ਨਾਮ ਨਹੀਂ, ਅਤੇ ਜਿਹੜਾ ਵੀ ਜਿਹਨੂੰ ਪਿਆਰਾ ਲੱਗਾ ਹੈ, ਕਿਸੇ ਨੂੰ ਰਾਮ ਪਿਆਰਾ ਲੱਗਾ ਹੈ ਵੀ ਰਮਿਆ ਹੋਇਆ, ਅਤੇ ਉਹਨੇ ਉਸ ਖਿਆਲ ਦੁਆਰਾ ਪਰਮਾਤਮਾ ਦਾ ਚਿੰਤਨ ਕੀਤਾ ਹੈ ਅਤੇ ਸੰਸਾਰ ਤੋਂ ਛੁੱਟਿਆ ਹੈ। ਅਤੇ ਨਾਮ ਸਹਾਰਾ ਹਨ ਸੰਸਾਰ 'ਚੋਂ ਛੁੱਟਣ ਵਾਸਤੇ। ਖਿਆਲ ਵਿੱਚ ਰੱਖਣ, ਪਰਮਾਤਮਾ ਦਾ ਚਿੰਤਨ ਸਹਾਰਾ ਹੈ ਸੰਸਾਰ ਦਾ ਚਿੰਤਨ ਛੱਡਣ ਵਾਸਤੇ। ਅਤੇ ਕਿਸੇ ਨਾਮ ਦੁਆਰਾ ਵੀ ਤੁਸੀਂ ਪੁਕਾਰੋਗੇ ਅਤੇ ਤੁਸੀਂ ਉਸ ਨਾਮ ਦੁਆਰਾ ਸੰਸਾਰ ਵਿੱਚੋਂ ਛੁੱਟੋਗੇ। ਫਿਰ ਦੂਸਰੀ ਗੱਲ ਹੈ ਵੀ ਅਗਰ ਤੁਹਾਨੂੰ ਉਹ ਪਿਆਰਾ ਲੱਗਦਾ ਹੈ ਉਹਦਾ ਨਾਮ, ਅਤੇ ਤੁਸੀਂ ਜ਼ਿਆਦਾ ਜੁੜੋਗੇ ਉਸ ਨਾਮ ਨਾਲ। ਅਤੇ ਜਿਹੜੇ ਜਿਹਨੂੰ ਪਿਆਰੇ ਲੱਗਦੇ ਸਨ ਨਾਮ, ਅਤੇ ਉਹਨੇ ਉਹ ਹੀ ਨਾਮ ਦਾ ਉਪਯੋਗ ਕੀਤਾ ਹੈ ਭਗਤ ਨੇ। ਅਤੇ ਉਸ ਨਾਮ ਦੁਆਰਾ ਵੀ ਪਰਮਾਤਮਾ ਦੇ ਨਾਲ ਜੁੜਿਆ ਜਾਂਦਾ ਹੈ। ਪਰਮਾਤਮਾ ਦਾ ਨਾਮ ਤਾਂ ਕੋਈ ਵੀ ਨਹੀਂ ਹੈ, ਪਰ ਨਾਮ ਦੁਆਰਾ ਸੰਸਾਰ ਵਿੱਚੋਂ ਛੁੱਟਿਆ ਜਾਂਦਾ ਹੈ, ਇਉਂ ਕਹਿ ਸਕਦੇ। ਅਤੇ ਨਾਮ ਜਿਹੜੇ ਹਨ ਉਹ ਸਹਾਇਕ ਹਨ, ਉਹਨਾਂ ਦੇ ਅਰਥਾਂ ਦੇ ਵਿੱਚ ਨਾ ਪਾਓ। ਅਨੇਕ ਨਾਮ ਹਨ, ਕਿੰਨਾ ਕੁ ਨਾਮਾਂ ਦੇ ਅਰਥ ਕਰੀ ਜਾਓਗੇ ਤੁਸੀਂ। ਅਰਥ ਸੋਚ ਕੇ ਵੀ ਕੀ ਕਰੋਗੇ। ਅਰਥਾਤੀਤ ਨੂੰ ਅਰਥਾਂ ਦੇ ਵਿੱਚ ਸੋਚ ਕੇ ਵੀ ਤੁਸੀਂ ਜਾਣ ਥੋੜ੍ਹੀ ਸਕਦੇ ਹੋ, ਅਰਥਾਂ 'ਚ ਹੀ ਉਲਝ ਜਾਓਗੇ। ਅਤੇ ਸ਼ਬਦਾਂ ਦੇ ਅਰਥਾਂ ਦੇ ਵਿੱਚ ਜਿਹੜਾ ਖੋ ਗਿਆ ਨਾ, ਉਹ ਬਾਹਰ ਖੋ ਗਿਆ, ਉਹਦੀ ਯਾਤਰਾ ਬਾਹਰ ਹੋਵੇਗੀ। ਅਤੇ ਦੂਸਰਾ ਸਵਾਲ ਹੈ, ਬਾਬਾ ਜੀ ਹਮ ਬਾਰ ਬਾਰ ਬਾਹਰ ਕਿਉਂ ਜਾਤੇ हैं, ਇੱਕ ਬਾਰ ਹੀ ਅੰਦਰ ਕਿਉਂ ਨਹੀਂ ਟਿਕ ਪਾਤੇ। ਇਹ ਕਹਿ ਰਹੇ ਹਨ ਵੀ ਅਸੀਂ ਵਾਰ-ਵਾਰ ਬਾਹਰ ਕਿਉਂ ਜਾਂਦੇ ਹਾਂ, ਧਿਆਨ ਬਾਹਰ ਕਿਉਂ ਜਾਂਦਾ ਹੈ ਸਾਡਾ, ਅਸੀਂ ਅੰਦਰ ਕਿਉਂ ਨਹੀਂ ਟਿਕ ਪਾਤੇ। ਨਹੀਂ, ਤੁਸੀਂ ਅਜੇ ਅੰਦਰ ਗਏ ਹੀ ਨਹੀਂ ਹੋ। ਜਦੋਂ ਅੰਦਰ ਚਲੇ ਜਾਓਗੇ ਨਾ, ਫਿਰ ਤੁਸੀਂ ਬਾਹਰ ਨਹੀਂ ਆ ਸਕਦੇ। ਕਿਉਂਕਿ ਉਹ ਅੰਦਰ ਜਿਹੜਾ ਹੈ ਨਾ, ਐਸਾ ਅੰਦਰ ਹੈ ਕਿ ਉਸ ਅੰਦਰ ਦੀ ਗੱਲ ਬਾਹਰ ਕਹੀ ਵੀ ਨਹੀਂ ਜਾ ਸਕਦੀ।
ਉਹ ਅੰਦਰ ਇੰਨਾ ਪਿਆਰਾ ਹੈ। ਤੇ ਜਿਹੜਾ ਵੀ ਅੰਦਰ ਚਲੇ ਗਿਆ ਨਾ, ਜਿਹਨੇ ਅੰਦਰ ਜਾ ਕੇ ਦੇਖ ਲਿਆ, ਉਹਨੂੰ ਜਿਹੜਾ ਅੰਦਰ ਬੈਠਾ ਹੋਇਆ ਹੈ, ਤੇ ਉਹ ਫਿਰ ਬਾਹਰ ਨਹੀਂ ਜਾਵੇਗਾ, ਉਹ ਫਿਰ ਬਾਹਰ ਭਟਕ ਨਹੀਂ ਸਕਦਾ ਹੈ। ਪਰ ਤੁਸੀਂ ਅੰਦਰ ਥੋੜ੍ਹੀ ਜਾ ਰਹੇ ਹੋ। ਅੰਦਰ ਤੇ ਤਾਂ ਜਾਓਗੇ ਜਦੋਂ ਬਾਹਰੋਂ ਛੁਟਕਾਰਾ ਹੋਵੇਗਾ। ਕੁਛ ਕੁ ਲੋਕ ਹਿੰਮਤ ਕਰਕੇ ਦਰਵਾਜ਼ੇ ਤੱਕ ਜਾਂਦੇ ਹਨ ਤੇ ਥੋੜ੍ਹਾ ਜਿਹਾ ਝਾਕ ਕੇ ਦੇਖ ਲੈਂਦੇ ਹਨ, ਫਿਰ ਬਾਹਰ ਆ ਜਾਂਦੇ ਹਨ। ਬਹੁਤ ਵਾਰ ਐਸਾ ਹੁੰਦਾ ਹੈ। ਤੇ ਅੰਦਰ ਉਦੋਂ ਜਾਇਆ ਜਾ ਸਕਦਾ ਹੈ ਜਦੋਂ ਬਾਹਰੋਂ ਤੁਸੀਂ ਬਿਲਕੁਲ ਛੁੱਟ ਜਾਓ, ਬੰਧਨ ਮੁਕਤ ਹੋ ਜਾਓ। ਬੰਧਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ। ਬਾਹਰੋਂ ਜਿਹੜਾ ਮਰ ਗਿਆ ਉਹੋ ਹੀ ਅੰਦਰ ਨੂੰ ਜਾਵੇਗਾ। ਜਿਵੇਂ ਐਵੇਂ ਸਮਝ ਲਓ ਤੁਸੀਂ ਘਰ ਦੇ ਵਿੱਚ ਆਉਂਦੇ ਹੋ, ਜਦੋਂ ਪ੍ਰਵੇਸ਼ ਕਰਦੇ ਹੋ ਤੇ ਪੂਰੇ ਦੇ ਪੂਰੇ ਹੀ ਆਉਂਦੇ ਹੋ ਨਾ ਬਾਹਰੋਂ, ਸਰੀਰ ਕਰਕੇ ਅੰਦਰ ਨੂੰ, ਘਰ ਦੇ ਅੰਦਰ। ਉੱਥੇ ਤੇ ਚਲੋ ਬਾਹਰ ਘਰ ਦੇ ਵਿੱਚ ਤੇ ਅਧੂਰਾਪਨ ਵੀ ਹੋ ਸਕਦਾ, ਪਰ ਇਹ ਅੰਦਰਲੇ ਘਰ ਦੇ ਵਿੱਚ ਐਸਾ ਨਹੀਂ ਹੁੰਦਾ। ਇੱਥੇ ਪੂਰਾ ਹੀ ਪੂਰਾ ਹੁੰਦਾ। ਜਾਂ ਤੇ ਪੂਰੇ ਹੀ ਬਾਹਰ ਰਹੋਗੇ ਜਾਂ ਅੰਦਰ ਜਾਓਗੇ। ਤੇ ਬਾਹਰ ਤੁਸੀਂ ਜਾਂਦੇ ਕਿਉਂ ਹੋ? ਕਿਉਂਕਿ ਤੁਸੀਂ ਬਾਹਰ ਜੀਣਾ ਚਾਹੁੰਦੇ ਹੋ। ਜੀਵਨ ਮੁਕਤ ਸੋ ਆਖੀਏ ਮਰ ਜੀਵੈ ਮਰੀਆ। ਕਹਿੰਦੇ ਹਨ ਉਹ ਸੰਸਾਰ ਦੇ ਵਿੱਚ ਮਰ ਜਾਂਦਾ ਹੈ, ਫਿਰ ਉਹਦਾ ਪੁਨਰ ਜਨਮ ਹੁੰਦਾ ਹੈ। ਤੇ ਜਿਹੜਾ ਸੰਸਾਰ 'ਚ ਮਰਨਾ ਨਹੀਂ ਨਾ ਚਾਹੁੰਦਾ ਹੈ, ਤੇ ਉਹ ਫਿਰ ਅੰਦਰ ਆਪਣੇ ਅੰਦਰ ਜਨਮ ਨਹੀਂ ਲੈਂਦਾ ਹੈ। ਵਾਸਤਵਿਕ ਦੇ ਵਿੱਚ ਉਹ ਪੁਨਰ ਜਨਮ ਹੀ ਹੈ। ਕਿਉਂਕਿ ਇੱਕ ਪਾਸਿਓਂ ਮਰ ਗਿਆ ਤੇ ਦੂਸਰੇ ਪਾਸੇ ਜੀ ਉੱਠਿਆ। ਬਾਹਰੋਂ ਮਰ ਗਿਆ ਤੇ ਅੰਦਰ ਜੀ ਉੱਠਿਆ। ਜਿਵੇਂ ਛੋਟਾ ਬੱਚਾ ਪੈਦਾ ਹੁੰਦਾ ਹੈ ਤੇ ਸੰਸਾਰ ਵਿੱਚ ਜੀਂਦਾ ਹੈ, ਜੀਣ ਲੱਗਦਾ ਹੈ, ਕਿੰਨਾ ਪਿਆਰਾ ਲੱਗਦਾ ਉਹਨੂੰ ਸੰਸਾਰ। ਪਹਿਲੀ ਵਾਰ ਦੇਖਿਆ, ਦੇਖ ਦੇਖ ਕੇ ਕਿੰਨਾ ਖੁਸ਼ ਹੁੰਦਾ ਹੈ। ਕੀ ਹੈ ਇਹ? ਪਹਾੜ, ਇਹ ਦਰਖਤ, ਇਹ ਪੰਛੀਆਂ ਦੇ ਗੀਤ। ਬੜਾ ਆਸ਼ਚर्य ਮੁਕਤ ਯੁਕਤ ਹੁੰਦਾ ਹੈ, ਆਸ਼ਚर्य 'ਚ ਭਰਦਾ ਹੈ, ਇਸੇ ਕਰਕੇ ਖੁਸ਼ ਹੁੰਦਾ ਹੈ। ਪ੍ਰਭੂ ਦੇ ਪਿਆਰੇ ਵੀ ਵੈਸੇ ਹੀ ਖੁਸ਼ ਹੁੰਦੇ ਹਨ ਜਿਵੇਂ ਛੋਟਾ ਬੱਚਾ ਹੁੰਦਾ ਹੈ। ਛੋਟਾ ਬੱਚਾ ਸੰਸਾਰ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਪਹਿਲੀ ਵਾਰ ਦੇਖਿਆ, ਉਹ ਆਪਣੇ ਅੰਦਰ ਆਪਣੇ ਘਰ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਉਹਨਾਂ ਨੇ ਵੀ ਪਹਿਲੀ ਵਾਰ ਦੇਖੀ।
ਤੋ ਵੀ ਦੇਖ ਦੇਖ ਕੇ ਹੈਰਾਨ ਹੁੰਦੇ ਹਨ, ਆਸ਼ਚਰਯਚਕਿਤ ਹੁੰਦੇ ਹਨ ਵੀ ਇਹੋ ਜਿਹਾ ਘਰ ਕਦੇ ਦੇਖਿਆ ਹੀ, ਕਦੇ ਸੁਣਿਆ ਵੀ ਨਹੀਂ, ਕਦੇ ਸੋਚਿਆ ਵੀ ਨਹੀਂ, ਕੋਈ ਸੋਚ 'ਚ ਵੀ ਨਹੀਂ ਆਉਂਦਾ ਹੈ ਘਰ, ਖਿਆਲ 'ਚ ਵੀ ਨਹੀਂ ਆਉਂਦਾ। ਇਹ ਘਰ ਹੀ ਐਸਾ ਹੈ ਵੀ ਪਹਿਲਾਂ ਵੀ ਤਾਂ ਵਸਦੇ ਸੀ ਇਹ ਘਰ ਦੇ ਵਿੱਚ, ਪਰ ਭੁੱਲ ਗਿਆ ਸੀ, ਬਾਹਰ ਚਲੇ ਗਏ ਸੀ। ਜਿਵੇਂ ਕੋਈ ਬਾਹਰ ਮੇਲੇ ਦੇ ਵਿੱਚ ਭਟਕ ਗਿਆ ਤੇ ਸੰਸਾਰ ਦਾ ਮੇਲਾ, ਸ਼ਹਿਰ ਮੇਲਾ, ਕਬੀਰ ਜੀ ਕਹਿੰਦੇ ਹਨ ਦਸਤਗੀਰੀ ਨਾ ਹੀ, ਪਰ ਆਦਮੀ ਫਸ ਜਾਂਦਾ ਹੈ। ਮੇਲਾ ਦੇਖਣ ਗਿਆ, ਗਵਾਚ ਗਿਆ, ਬਾਹਰ ਗਵਾਚ ਗਿਆ, ਘਰ ਭੁੱਲ ਗਿਆ। ਤੇ ਘਰ ਜਿਹੜਾ ਹੈ ਨਾ, ਇਹ ਬਹੁਤ ਪਿਆਰਾ ਹੈ। ਤੇ ਜਿਹੜਾ ਵੀ ਇਸ ਘਰ ਦੇ ਵਿੱਚ ਚਲੇ ਜਾਂਦਾ ਹੈ ਤਾਂ ਪਹਿਲੀ ਵਾਰ ਦੇਖਦਾ ਹੈ ਇਸ ਘਰ ਨੂੰ, ਤੇ ਵੈਸੇ ਹੀ ਦੇਖਦਾ ਹੈ ਜਿਵੇਂ ਕੋਈ ਬੱਚਾ ਬਾਹਰ ਸੰਸਾਰ ਨੂੰ ਦੇਖ ਕੇ। ਦੇਖੋ ਕਿੰਨਾ ਖੁਸ਼ ਹੈ, ਪੰਗੂੜੇ 'ਚ ਪਿਆ ਹੋਇਆ, ਕੁਛ ਵੀ ਤਾਂ ਕੋਲ ਨਹੀਂ ਹੈ ਬੱਚੇ, ਕਿਉਂਕਿ ਕੋਲ ਤੇ ਤਾਂ ਹੋਊ ਜਦੋਂ ਚੇਤੇ ਆਉਣਗੇ ਉਹਨੂੰ। ਨਾ ਮਾਂ ਪਿਓ ਕੋਲ ਹਨ ਕਿਉਂਕਿ ਚੇਤੇ ਹੀ ਨਹੀਂ ਹਨ, ਨਾ ਪਰਿਵਾਰ ਹੈ, ਨਾ ਘਰ ਹੈ, ਨਾ ਬੈਂਕ ਬੈਲੈਂਸ ਹੈ, ਬੱਚੇ ਕੋਲ ਕੁਛ ਵੀ ਨਹੀਂ ਹੈ ਕਿਉਂਕਿ ਚੇਤੇ ਨਹੀਂ ਹੈ। ਪਰ ਖੁਸ਼ ਕਿੰਨਾ ਹੈ ਦੇਖੋ ਤੁਸੀਂ, ਚੇਤੇ ਕੁਝ ਵੀ ਨਹੀਂ ਹੈ। ਅਸਹਾਏ ਹੈ, ਕੋਈ ਵੀ ਉਹਨੂੰ ਚੱਕ ਕੇ ਕਿਤੇ ਵੀ ਰੱਖ ਸਕਦਾ ਹੈ, ਨਾ ਉਹ ਨਾਂ ਦੱਸ ਸਕਦਾ, ਨਾ ਐਡਰੈਸ ਦੱਸ ਸਕਦਾ, ਨਾ ਮਾਤਾ ਪਿਤਾ ਦਾ ਪਤਾ, ਕੁਛ ਵੀ ਨਹੀਂ ਤਾਂ ਪਤਾ ਨਹੀਂ। ਕਿੰਨਾ ਖੁਸ਼ ਹੈ, ਕਿੰਨਾ ਨਿਸ਼ਚਿੰਤ ਹੈ, ਆਸ਼ਚਰਯਚਕਿਤ ਹੋ ਰਿਹਾ ਹੈ। ਐਸੇ ਹੀ ਪਰਮ ਪੁਰਖ, ਉਹਨਾਂ ਨੂੰ ਵੀ ਕੁਛ ਨਹੀਂ ਪਤਾ ਹੈ। ਵਾਸਤਵਿਕ ਦੇ ਵਿੱਚ ਸੱਚ ਹੈ, ਇਹ ਵੈਸਾ ਹੀ ਹੁੰਦਾ ਹੈ, ਅੰਦਰ ਜਾ ਕੇ ਵੀ ਵੈਸਾ ਹੀ ਹੋ ਜਾਂਦਾ ਹੈ। ਕੁਛ ਵੀ ਪਤਾ ਨਹੀਂ, ਕੀ ਪਤਾ ਹੈ। बुद्ध की न बुद्ध रही, शुद्ध में न शुद्ध रही, मत में न मत। इसे करके मैं कहना उल्टी यात्रा है।